ਵਿਚਾਰ ਅਧੀਨ ਪੰਕਤੀ ਨੂੰ ਖਿਆਲ ਵਿੱਚ ਰੱਖੋ। ਹਮ ਭੀਖਕ ਭਿਖਾਰੀ ਤੇਰੇ। ਗੁਰਮੁਖ ਸਿੰਘ ਦਾ ਮੈਸੇਜ ਪੜ੍ਹ ਕੇ ਫਿਰ ਪਰਮਿੰਦਰ ਸਿੰਘ ਨੇ ਸਪਸ਼ਟੀਕਰਨ ਦਿੱਤਾ ਹੈ। ਠੀਕ ਹੈ ਜੀ, ਮੁਆਫੀ ਚਾਹੁੰਦਾ ਹਾਂ। ਮੇਰੇ ਵੱਲੋਂ ਸਪੈਸ਼ਲ ਨਿਹੰਗ ਵਾਲੀ ਵੀਡੀਓ 'ਤੇ ਨਹੀਂ ਕਿਹਾ ਗਿਆ। ਜ਼ਿਆਦਾ ਫਾਰਵਰਡ ਲਿਟਰੇਚਰ ਨਾਲ ਅਸਲ ਮੁੱਦੇ ਦੀ ਗੱਲ ਗੁੰਮ ਜਾਂਦੀ ਹੈ। ਦੂਸਰੀ ਗੱਲ ਨਾਲ ਆਤਮ ਗਿਆਨ ਦਾ ਮੈਸੇਜ ਵੀ ਜਾਣਾ ਚਾਹੀਦਾ ਹੈ। ਪਰਮਿੰਦਰ ਸਿੰਘ ਨੇ ਕਿਹਾ ਹੈ ਵੀ ਸਿਰਫ ਨਿਹੰਗ ਵਾਲੀ ਵੀਡੀਓ 'ਤੇ ਨਹੀਂ ਇਹ ਮੈਂ ਗੱਲ ਕਹੀ ਹੈ ਵੀ ਜ਼ਿਆਦਾ ਲੰਬੀ ਗੱਲ ਕਰਨ ਨਾਲ ਜਿਹੜਾ ਅਸਲ ਮੁੱਦੇ ਦੀ ਗੱਲ ਹੈ ਨਾ ਉਹ ਗੁੰਮ ਜਾਂਦੀ ਹੈ। ਪਰ ਬ੍ਰਹਮ ਗਿਆਨ ਦਾ ਵੀ ਮੈਸੇਜ ਨਾਲ ਜਾਣਾ ਚਾਹੀਦਾ ਹੈ। ਥੱਲੇ ਫਿਰ ਪੰਕਤੀ ਇੱਕ ਲਿਖੀ ਹੋਈ ਹੈ, ਇਹ ਸਭ ਬ੍ਰਹਮ ਗਿਆਨ ਤੋਂ ਬਾਅਦ ਵਿੱਚ ਫਿਰ ਥੱਲੇ ਗੁਰਮੁਖ ਸਿੰਘ ਨੇ ਲਿਖਿਆ ਹੈ, ਗੁਰੂ ਜੀ ਆਪਣਾ ਗਿਆਨ ਵੀ ਦੱਸਣਾ ਜੀ। ਪਰਮਿੰਦਰ ਸਿੰਘ ਨੂੰ ਕਿਹਾ ਹੈ ਕਿਉਂਕਿ ਉਹਨੇ ਬ੍ਰਹਮ ਗਿਆਨ ਦੀ ਗੱਲ ਕੀਤੀ ਸੀ ਤੇ ਗੁਰਮੁਖ ਸਿੰਘ ਨੇ ਕਿਹਾ ਵੀ ਤੂੰ ਆਪਣਾ ਗਿਆਨ ਹੀ ਦੱਸ ਦੇ। ਤੇ ਉਹਨੇ ਥੱਲੇ ਗਿਆਨ ਦੀ ਪਰਿਭਾਸ਼ਾ ਵੀ ਕਰ ਦਿੱਤੀ ਹੈ। ਦੇਖੋ ਤੁਸੀਂ, ਲਿਖਿਆ ਹੈ ਕਿ ਗਿਆਨ ਇੱਕ ਹੀ ਹੈ, ਮੌਜੂਦਗੀ ਚੇਤਨ ਆਕਾਸ਼ ਹੂੰ, ਸਭ ਦਾ ਹੋਣਾ ਇੱਕ ਹੈ, ਅੰਤਹੀਣ ਚੇਤਨ ਸੱਤਾ, ਗਿਆਨ ਖਤਮ। ਇਹ ਗਿਆਨ ਦੀ ਪਰਿਭਾਸ਼ਾ ਹੈ ਕੀਤੀ ਹੋਈ ਪਰਮਿੰਦਰ ਸਿੰਘ ਨੇ। ਹੁਣ ਤੁਸੀਂ ਥੋੜ੍ਹਾ ਜਿਹਾ ਤਵੱਜੋ ਦਿਓ, ਖਿਆਲ ਕਰੋ ਵੀ ਜਿਹਦੇ ਅੰਦਰ ਪਹਿਲਾਂ ਹੀ ਇੰਨਾ ਗਿਆਨ ਹੋਵੇ ਉਹ ਜਾਚਕ ਹੋ ਸਕਦਾ ਹੈ। ਐਸਾ ਨਹੀਂ ਹੈ ਵੀ ਇਹ ਇਕੱਲੇ ਹੀ ਐਸੇ ਹਨ, ਬਹੁਤਿਆਂ ਨੂੰ ਐਸਾ ਭਰਮ ਹੈ ਵੀ ਅਸੀਂ ਜਾਣਦੇ ਹਾਂ, ਸਾਨੂੰ ਪਤਾ ਹੈ। ਭਾਵੇਂ ਸ਼ਬਦ ਹੀ ਸਿਰਫ ਰਟੇ ਹੋਏ ਹਨ, ਸ਼ਬਦਾਂ ਦੀ ਹੀ ਜਾਣਕਾਰੀ ਹੈ। ਆ ਜੋ ਲਿਖਿਆ ਹੋਇਆ ਹੈ ਸਿਰਫ ਸ਼ਬਦ ਹੀ ਹਨ। ਤੇ ਸ਼ਬਦ ਤੇ ਕੋਈ ਵੀ ਪੜ੍ਹ ਸਕਦਾ ਹੈ, ਕੋਈ ਵੀ ਬੋਲ ਸਕਦਾ ਹੈ, ਕੋਈ ਵੀ ਯਾਦ ਕਰ ਸਕਦਾ ਹੈ, ਪੜ੍ਹ ਸੁਣ ਕੇ ਲਿਖ ਸਕਦਾ ਹੈ। ਲਿਖ ਹੀ ਰਹੇ ਹਨ, ਅਜੋਕੇ ਸਮੇਂ 'ਚ ਬਹੁਤ ਗਿਆਨ ਲਿਖ ਰਹੇ ਹਨ, ਲੋਕ ਦੱਸ ਰਹੇ। ਪੁਰਾਣੇ ਸਮੇਂ 'ਚ ਵੀ ਐਸੇ ਹੁੰਦੇ ਸਨ, ਉਹਨਾਂ ਨੂੰ ਪੰਡਤ ਕਹਿੰਦੇ ਸਨ। ਅੱਖਰੀ ਗਿਆਨ ਰੱਖਣ ਵਾਲੇ ਪੂਰੀ ਪਰਿਭਾਸ਼ਾ ਕਰ ਦਿੰਦੇ ਸਨ ਗਿਆਨ ਦੀ। ਅੱਖਰੀ ਗਿਆਨ ਰੱਖਣ ਵਾਲੇ ਨੂੰ ਕਿਹਾ ਹੈ, ਜਗ ਕਹੂਗਾ ਮੁਖ ਚੁੰਚ ਗਿਆਨ, ਅੱਖਰਾਂ ਦਾ ਗਿਆਨ। ਹੁਣ
ਲਿਖਿਆ ਜੋ ਹੈ ਤੇ ਠੀਕ ਹੀ। ਪਰ ਸਿਰਫ ਪੜ੍ਹਿਆ ਸੁਣਿਆ ਬੌਧਿਕ ਤਲ 'ਤੇ ਯਾਦ ਕੀਤਾ ਹੋਇਆ ਹੈ। ਅਤੇ ਜਿਹਨੂੰ ਬੌਧਿਕ ਤਲ 'ਤੇ ਯਾਦ ਹੋ ਜਾਵੇ, ਪਤਾ ਲੱਗ ਜਾਵੇ, ਗਿਆਨ ਹੋ ਜਾਵੇ, ਉਹਨੂੰ ਹੀ ਪੰਡਿਤ ਕਹਿੰਦੇ ਹਨ। ਅਤੇ ਸਭ ਤੋਂ ਵੱਡੀ ਰੁਕਾਵਟ ਅਧਿਆਤਮ ਮਾਰਗ 'ਤੇ ਇਹੋ ਹੀ ਹੈ, ਖਿਆਲ ਵਿੱਚ ਰੱਖਿਓ। ਗਿਆਨ ਆਤਮ ਗਿਆਨ ਬਾਹਰੋਂ ਨਹੀਂ ਮਿਲਦਾ ਹੈ, ਸ਼ਬਦਾਂ ਨੂੰ ਯਾਦ ਕਰਕੇ ਨਹੀਂ ਮਿਲਦਾ ਹੈ, ਕੰਠ ਕਰਕੇ ਨਹੀਂ ਮਿਲਦਾ ਹੈ, ਵਿਚਾਰ ਕੇ ਨਹੀਂ ਮਿਲਦਾ ਹੈ। ਸ਼ਬਦਾਂ ਨੂੰ ਜਿੰਨੀਆਂ ਮਰਜ਼ੀ ਪੋਥੀਆਂ ਵਿਚਾਰੀ ਜਾਓ ਤੁਸੀਂ, ਆਤਮ ਗਿਆਨ ਨਹੀਂ ਹੋਵੇਗਾ, ਬੌਧਿਕ ਗਿਆਨ ਹੁੰਦਾ ਹੈ। ਆਤਮ ਗਿਆਨ ਤੇ ਬੁੱਧੀ ਤੋਂ ਪਿੱਛੇ ਹੈ। ਆਤਮ ਗਿਆਨ ਤੇ ਉਦੋਂ ਹੁੰਦਾ ਹੈ ਜਦੋਂ ਬੁੱਧੀ ਛੁੱਟ ਜਾਂਦੀ ਹੈ, ਅਤੇ ਜਦੋਂ ਉਹ ਹੋਵੇਗਾ ਨਾ, ਫਿਰ ਤੁਹਾਨੂੰ ਅੱਖਰ ਨਹੀਂ ਆਉਣਗੇ। ਉਹ ਅੱਖਰਾਂ ਦੇ ਵਿੱਚ ਨਹੀਂ ਆਉਂਦਾ ਹੈ ਜੋ ਵਾਸਤਵਿਕ ਦੇ ਵਿੱਚ ਹੈ, ਉਹ ਸ਼ਬਦਾਂ 'ਚ ਨਹੀਂ ਆਉਂਦਾ ਹੈ, ਕਿਉਂਕਿ ਉਹ ਸ਼ਬਦਾਂ ਤੋਂ ਅਤੀਤ ਹੈ। ਜਿਵੇਂ ਇਵੇਂ ਸਮਝ ਲਵੋ ਵੀ ਛੋਟਾ ਬੱਚਾ ਜਦੋਂ ਪੈਦਾ ਹੁੰਦਾ ਹੈ, ਉਹਦੀ ਲਿਵ ਲੱਗੀ ਹੁੰਦੀ ਹੈ। ਸੰਸਾਰ ਦੇ ਵਿੱਚ ਧਿਆਨ ਜਦੋਂ ਲੱਗਦਾ ਹੈ ਤੇ ਲਿਵ ਟੁੱਟਦੀ ਹੈ। ਕਹਿੰਦੇ ਹਨ ਲਿਵ ਛੁਟਕੀ ਲੱਗ ਗਈ ਤ੍ਰਿਸ਼ਨਾ ਲੱਗ ਗਈ ਸੰਸਾਰ ਦੇ ਵਿੱਚ, ਅਤੇ ਲਿਵ ਟੁੱਟ ਗਈ, ਮਾਇਆ ਅਮਰ ਵਰਤਾ ਹੈ। ਅਤੇ ਜਦੋਂ ਲਿਵ ਲੱਗੀ ਸੀ ਉਹਦੀ, ਉਦੋਂ ਉਹਨੂੰ ਕਿਹੜਾ ਗਿਆਨ ਸੀ, ਕਿਹੜੀਆਂ ਉਹਨੇ ਪੋਥੀਆਂ ਪੜ੍ਹੀਆਂ ਸੀ, ਕਿਹੜੇ ਗ੍ਰੰਥ ਪੜ੍ਹੇ ਸਨ। ਉਹ ਤਾਂ ਸ਼ਬਦ ਵੀ ਨਹੀਂ ਸੀ ਜਾਣਦਾ, ਅੱਖਰ ਵੀ ਨਹੀਂ ਸੀ ਜਾਣਦਾ। ਅਤੇ ਉਹ ਜਾਚਕ, ਵੈਸਾ ਜਾਚਕ ਬਣਨਾ ਹੈ। ਹੁਣ ਫਿਰ ਖਿਆਲ ਕਰੋ, ਹਮ ਪੀ ਖਕ ਪੇ ਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ। ਜਿਹੜਾ ਭੁੱਖਾ ਹੈ ਨਾ, ਉਹਨੂੰ ਭੋਜਨ ਮਿਲ ਜਾਂਦਾ ਹੈ। ਅਤੇ ਜਿਹੜਾ ਰੱਜਿਆ ਹੈ ਪਹਿਲਾਂ ਹੀ, ਉਹਨੂੰ ਤਾਂ ਨਹੀਂ ਮਿਲਦਾ। ਪਹਿਲੀ ਗੱਲ ਤਾਂ ਉਹ ਮੰਗਦਾ ਹੀ ਨਹੀਂ। ਇਵੇਂ ਹੀ ਜਿਹੜੇ ਸ਼ਬਦੀ ਗਿਆਨ ਦੇ ਨਾਲ ਰੱਜੇ ਹੋਏ ਹਨ, ਜਿਨ੍ਹਾਂ ਨੂੰ ਆਪਣੇ ਗਿਆਨ 'ਤੇ ਬੜਾ ਮਾਣ ਹੈ ਵੀ ਅਸੀਂ ਜਾਣਦੇ ਹਾਂ, ਤੁਸੀਂ ਦੇਖੋ ਕਿੱਡੀ ਛੇਤੀ ਉੱਤਰ ਦਿੱਤਾ ਹੈ, ਬ੍ਰਹਮ ਗਿਆਨ ਦੀ ਪਰਿਭਾਸ਼ਾ ਕੀਤੀ। ਆਦਮੀ 'ਚ ਝਿਕਦਾ ਵੀ ਨਹੀਂ ਹੈ। ਅਤੇ ਜਿਨ੍ਹਾਂ ਨੂੰ ਇੰਨਾ ਗਿਆਨ ਹੈ, ਪਹਿਲਾਂ ਹੀ ਭਰੇ ਪਏ ਹਨ ਅੰਦਰੋਂ, ਉਹਨਾਂ ਨੂੰ ਮਿਲਦਾ ਥੋੜ੍ਹੀ ਹੈ। ਅੰਦਰੋਂ ਖਾਲੀ ਹੋਵੇਗਾ ਜਿਹੜਾ, ਉਹਨੂੰ ਮਿਲੇਗਾ ਨਾ। ਜਿਹੜਾ ਅੰਦਰੋਂ ਵਿਰਕਤ ਹੋਵੇਗਾ ਉਹਨੂੰ ਮਿਲੇਗਾ ਨਾ। ਇਹੋ ਹੀ ਕਿਹਾ ਸੀ ਨਾ ਗੁਰੂਆਂ ਨੇ ਵੀ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸੀਸ ਤਲੀ ਧਰ ਗਲੀ ਮੇਰੀ ਆਓ। ਹੋ ਸਬਨ ਕਾ ਰੇਣ ਕਾ ਤਾ ਆਓ ਹਮਾਰੇ ਪਾਸ। ਕਹਿੰਦੇ ਸਾਰਿਆਂ ਦੀ ਰੇਣ ਹੋ ਜਾਓ, ਫਿਰ ਸਾਡੇ ਕੋਲ ਆਓ। ਉਹ ਸਬਨ ਕੀ ਰੇਣ ਕਾ ਤਾਂ ਆਓ ਹਮਾਰੇ ਪਾਸ। 'ਧੂੜ ਹੋ ਜਾਓ।
ਧੂੜ ਹੋਣ ਦਾ ਕੀ ਭਾਵ ਹੈ? ਅਣਜਾਣ ਹੋ ਜਾਓ, ਅਗਿਆਨੀ ਹੋ ਜਾਓ, ਬੇਸਮਝ ਹੋ ਜਾਓ ਵੀ ਮੈਂ ਕੁਛ ਵੀ ਨਹੀਂ ਜਾਣਦਾ, ਮੇਰੇ ਤੋਂ ਤੇ ਸਾਰੇ ਹੀ ਜ਼ਿਆਦਾ ਜਾਣਦੇ। ਇਹ ਹੈ ਨਾ ਧੂੜ ਹੋਣ। ਵਿਨਮਰਤਾ ਦਾ ਕੀ ਭਾਵ ਹੁੰਦਾ ਹੈ? ਜਿਹੜਾ ਵਾਸਤਵਿਕ ਵਿੱਚ ਵਿਨਮਰ ਹੈ ਨਾ, ਉਹ ਤੇ ਬੱਚਿਆਂ ਦੇ ਵੀ ਛੂਹ ਕੇ ਪੈਰ ਤੇ ਧੰਨ ਭਾਗੀ ਸਮਝਦਾ ਹੈ ਆਪਣੇ ਆਪ ਨੂੰ। ਵਿਨਮਰਤਾ ਦਾ ਕੀ ਭਾਵ ਹੈ? ਉਹ ਸਭਨ ਕੀ ਰੇਣੁਕਾ ਤਾਂ ਆਓ ਹਮਾਰੇ ਪਾਸ। ਕਹਿੰਦੇ ਸਾਰਿਆਂ ਦੀ ਰੇਣ ਹੋ ਜਾਓ। ਧੂੜੀ ਹੋ ਜਾਓ। ਹੁਣ ਜਿਹਨੂੰ ਪਹਿਲਾਂ ਹੀ ਆਪਣੇ ਆਪ 'ਤੇ ਮਾਣ ਹੈ ਜਾਣਕਾਰੀ ਦਾ, ਉਹ ਰੇਣ ਹੋ ਸਕਦਾ, ਉਹ ਧੂੜ ਹੋ ਸਕਦਾ। ਉਹ ਧੂੜ 'ਤੇ ਹੋਇਆ ਹੀ। ਉਹ ਤਾਂ ਕਹਿੰਦਾ ਹੈ ਸਾਰਿਆਂ ਨੂੰ ਸ੍ਰੇਸ਼ਟ ਹਾਂ, ਮੈਂ ਜਾਣਕਾਰ ਹਾਂ, ਮੈਂ ਗਿਆਨੀ ਹਾਂ, ਬ੍ਰਹਮ ਗਿਆਨ ਤਾਂ ਮੇਰੇ ਕੋਲ ਹੀ ਹੈ। ਤੁਹਾਨੂੰ ਥੋੜ੍ਹੀ ਮਿਲਦਾ ਹੈ। ਜਿਹੜਾ ਬੱਚੇ ਦੀ ਤਰ੍ਹਾਂ ਹੋ ਜਾਂਦਾ ਹੈ, ਅਣਜਾਣ, ਮੈਂ ਕੁਛ ਵੀ ਨਹੀਂ ਜਾਣਦਾ। ਕੀ ਜਾਣਦਾ ਹਾਂ? ਕਿਹੜੀ ਜਾਣਕਾਰੀ ਹੈ? ਛੋਟੀ ਜਿਹੀ ਬੁੱਧੀ ਹੈ। ਬੁੱਧੀ ਦੇ ਨਾਲ ਕੀ ਜਾਣ ਲਓਗੇ ਤੁਸੀਂ? ਇਹ ਤੇ ਕੁਛ ਵੀ ਜਾਣਨਾ ਨਹੀਂ ਹੈ ਬੁੱਧੀ ਦੁਆਰਾ। ਬੁੱਧੀ ਦੁਆਰਾ ਤਾਂ ਸੰਸਾਰ ਜਾਣਿਆ ਜਾ ਸਕਦਾ ਹੈ, ਅੱਖਰਾਂ ਦਾ ਗਿਆਨ ਹੋ ਸਕਦਾ ਹੈ, ਸ਼ਬਦੀ ਗਿਆਨ ਹੋ ਸਕਦਾ ਬੁੱਧੀ ਦੁਆਰਾ। ਆਤਮ ਗਿਆਨ ਬੁੱਧੀ ਦੁਆਰਾ ਨਹੀਂ ਹੁੰਦਾ ਹੈ। ਅਤੇ ਗਿਆਨ ਦੀ ਪਰਿਭਾਸ਼ਾ ਕਰਕੇ ਕਹਿ ਦਿੱਤਾ ਗਿਆਨ ਖਤਮ। ਭਾਵ ਕਿ ਜੋ ਮੈਂ ਜਾਣਿਆ ਹੈ ਨਾ, ਬਸ ਇਹੋ ਹੀ ਗਿਆਨ ਹੈ, ਇਸ ਤੋਂ ਬਾਅਦ ਅੱਗੇ ਗਿਆਨ ਹੀ ਨਹੀਂ ਹੈ। ਮੇਰੀ ਜਾਣਕਾਰੀ ਤੋਂ ਬਾਅਦ ਖਤਮ, ਮੈਂ ਹੀ ਜਾਣਦਾ। ਐਸਾ ਨਹੀਂ ਹੈ ਸਿਰਫ ਇਕੱਲੇ ਹੀ ਕਹਿ ਰਹੇ ਹਨ, ਖਿਆਲ ਵਿੱਚ ਰੱਖੋ। ਜੇ ਰੁਕਾਵਟ ਹੈ ਨਾ, ਸਿਰਫ ਇਸੇ ਗੱਲ ਦੀ ਹੈ। ਤੁਸੀਂ ਜਾਚਕ ਬਣੋ, ਖਾਲੀ ਕਰੋ ਆਪਣੇ ਆਪ ਨੂੰ। ਜਿਵੇਂ ਪੇਟ ਖਾਲੀ ਹੋਵੇ, ਭੁੱਖਾ ਹੋਵੇ ਤੇ ਭੋਜਨ ਮਿਲ ਜਾਂਦਾ, ਇੱਦਾਂ ਹੀ ਤੁਹਾਡੀ ਬੁੱਧੀ ਖਾਲੀ ਹੋਊਗੀ, ਸਾਫ਼ ਹੋਊਗੀ। ਤੇ ਉੱਥੇ ਫਿਰ ਗੁਰੂ ਦਾ ਗਿਆਨ ਮਿਲੇਗਾ। ਹਾਰ ਭਰਿਓ ਸੁਆਮੀ ਕੇ ਦੁਆਰੇ, ਦੀਜੈ ਬੁੱਧ ਵਿਵੇਕਾ। ਜਿਹੜੇ ਢਹਿ ਪਏ ਹਨ, ਹਾਰ ਕੇ ਡਿੱਗ ਪਏ ਹਨ। ਹਾਰ ਕੇ ਕੌਣ ਡਿੱਗਿਆ ਹੈ? ਜਿਹਨੇ ਕਹਿ ਦਿੱਤਾ ਵੀ ਮੇਰੀ ਬੁੱਧੀ ਹੈ ਹੀ ਨਹੀਂ ਹੁਣ। ਬੁੱਧੀ ਨੂੰ ਜਿਹਨੇ ਬਿਲਕੁਲ ਹੀ ਥੱਲੇ ਰੱਖ ਦਿੱਤਾ ਗੁਰੂ ਦੇ ਚਰਨਾਂ ਵਿੱਚ, ਖਾਲੀ ਹੋ ਗਿਆ ਬੁੱਧੀ ਦੇ ਤਲ 'ਤੇ। ਇਹੋ ਕਿਹਾ ਸੀ ਪਿੱਛੇ ਜਿਹੇ ਪੰਜ ਪਿਆਰਿਆਂ ਨੇ, ਬੁੱਧੀ ਵਾਲਾ ਕੰਮ ਥੋੜ੍ਹੀ ਕੀਤਾ, ਸਮਝਦਾਰੀ ਦਾ। ਬੁੱਧੀ ਨੂੰ ਲਾ ਕੇ ਇੱਕ ਪਾਸੇ ਰੱਖ ਦਿੱਤਾ। ਅਤੇ ਜਿਹੜਾ ਖਾਲੀ ਹੈ ਅੰਦਰੋਂ, ਉਹਨੂੰ ਮਿਲੇਗਾ ਨਾ ਜਿਹੜਾ ਪਹਿਲਾਂ ਹੀ ਗਿਆਨ ਦੇ ਨਾਲ ਭਰਿਆ ਹੋਇਆ ਹੈ। ਉਹਨੂੰ ਕਿਵੇਂ ਮਿਲੇਗਾ? ਇਸੇ ਕਰਕੇ ਹੀ ਛੋਟੇ ਬੱਚਿਆਂ ਨੂੰ ਤੁਸੀਂ ਛੇਤੀ ਸਿਖਾ ਸਕਦੇ ਹੋ, ਕਿਉਂਕਿ ਉਹ ਖਾਲੀ ਹੁੰਦੇ ਹਨ। ਬੁੱਢਿਆਂ ਨੂੰ ਸਿਖਾ ਕੇ ਦੱਸੋ, ਤੁਸੀਂ ਪੜ੍ਹਾ ਕੇ ਦੱਸੋ, ਕੁਛ ਵੀ ਨਹੀਂ ਸਿੱਖਣਗੇ ਉਹ, ਕਿਉਂਕਿ ਪਹਿਲਾਂ ਹੀ ਬੜੇ ਭਰੇ ਹੋਏ ਹਨ ਅੰਦਰ। ਅਤੇ ਜਿਹੜਾ ਧਾਰਮਿਕ ਵਿਅਕਤੀ ਹੈ, ਬਹੁਤ ਸਾਰੇ ਗ੍ਰੰਥ ਪੜ੍ਹਿਆ ਹੋਇਆ, ਸ਼ਾਸਤਰ ਪੜ੍ਹਿਆ ਹੋਇਆ, ਬੜੀਆਂ ਗਿਆਨ ਦੀਆਂ ਗੱਲਾਂ ਕਰਦਾ ਹੈ, ਯਾਦ ਕੀਤੀਆਂ, ਕੰਠ ਕੀਤੀਆਂ ਹੋਈਆਂ, ਉਹ ਤਾਂ ਅੰਦਰੋਂ ਭਰਿਆ ਹੋਇਆ ਸ਼ਬਦਾਂ ਦੇ ਨਾਲ।
ਤੋ ਸ਼ਬਦਾਂ ਦੇ ਗਿਆਨ ਨੂੰ ਹੀ ਗਿਆਨ ਸਮਝੀ ਬੈਠਾ ਹੈ। ਤੋ ਜਾਚਕ ਥੋੜ੍ਹੀ ਹੈ, ਉਹ ਭਿਖਾਰੀ ਥੋੜ੍ਹੀ ਹੈ, ਉਹ ਤਾਂ ਦੂਸਰਿਆਂ ਨੂੰ ਵੰਡ ਰਿਹਾ ਹੈ ਗਿਆਨ। ਉਹ ਦੂਸਰਿਆਂ ਨੂੰ ਭਿਖਾਰੀ ਸਮਝ ਰਿਹਾ ਹੈ ਵੀ ਆਹ ਲੈ ਲਓ, ਮੇਰੇ ਕੋਲ ਗਿਆਨ ਵਾਧੂ ਹੈ, ਜਿਹਨੂੰ ਚਾਹੀਦਾ। ਤੇ ਗਿਆਨ ਦੇ ਤਲ ਤੇ ਕੋਈ ਵੀ ਭਿਖਾਰੀ ਨਹੀਂ ਹੈ, ਇਹ ਵੀ ਗੱਲ ਖਿਆਲ ਵਿੱਚ ਰੱਖਣੀ ਆ। ਭਾਵੇਂ ਬੇਸਮਝ ਵੀ ਆਦਮੀ ਹੋਵੇ, ਜ਼ਿਆਦਾ ਸਮਝ ਵੀ ਨਾ ਹੋਵੇ ਵਾਸਤਵਿਕ ਤਲ ਤੇ, ਉਹ ਵੀ ਬੇਸਮਝ ਥੋੜ੍ਹੀ ਸਮਝਦਾ ਹੈ ਆਪਣੇ ਆਪ। ਅਗਿਆਨੀ ਤੇ ਕੋਈ ਵੀ ਨਹੀਂ ਸਮਝਦਾ। ਤੁਸੀਂ ਸੋਚੋ, ਸਮਝਦੇ ਹੋ? ਤੁਸੀਂ ਖਿਆਲ ਕਰਿਓ ਥੋੜ੍ਹਾ ਜਿਹਾ। ਜਿਹੜਾ ਆਪਣੇ ਆਪ ਨੂੰ ਅਗਿਆਨੀ ਸਮਝਣ ਲੱਗ ਜਾਵੇ ਨਾ ਵੀ ਮੈਂ ਕੁਛ ਵੀ ਨਹੀਂ ਜਾਣਦਾ, ਉਹਦੇ ਜਾਣਨ ਦੀ ਸੰਭਾਵਨਾ ਸ਼ੁਰੂ ਹੁੰਦੀ ਹੈ। ਖਿਆਲ ਵਿੱਚ ਰੱਖਿਓ ਇਹ ਗੱਲ। ਜਦੋਂ ਤੁਹਾਡੇ ਅੰਦਰ ਇਹ ਖਿਆਲ ਆ ਗਿਆ ਵੀ ਮੈਂ ਕੁਛ ਵੀ ਨਹੀਂ ਜਾਣਦਾ ਹਾਂ, ਉਦੋਂ ਹੀ ਪਹਿਲਾ ਕਦਮ ਚੱਕ ਲਿਆ ਤੁਸੀਂ, ਚੱਲ ਪਏ ਜਾਣਨ ਵਾਲੇ ਵੱਲ। ਉਹਨੂੰ ਜਾਣਨਾ ਨਹੀਂ ਹੈ ਬੁੱਧੀ ਦੁਆਰਾ, ਉਹ ਜੋ ਜਾਣਦਾ ਹੈ ਨਾ, ਉਹਦੇ ਵਿੱਚ ਖੋਣਾ ਹੈ। ਤੇ ਆਪਣੀ ਜਾਣਕਾਰੀ ਨੂੰ ਪਾਸੇ ਰੱਖ ਦਿਓ। ਸਮਝਦਾਰ ਉਹ ਹੀ ਹੈ, ਮੈਂ ਵਾਰ-ਵਾਰ ਕਹਿਣਾ, ਜਿਹੜਾ ਆਪਣੀ ਸਮਝ ਨੂੰ ਛੱਡੇ। ਗਿਆਨਵਾਨ ਉਹ ਹੀ ਹੈ ਜਿਹੜਾ ਆਪਣੇ ਗਿਆਨ ਨੂੰ ਛੱਡੇ। ਇਹੋ ਕਿਹਾ ਸੀ ਨਾ ਮੈਂ, ਗਿਆਨ ਦੁਆਰਾ ਗਿਆਨ ਨੂੰ ਛੱਡਣਾ ਹੈ। ਤੇ ਜਿਹੜਾ ਛੱਡਦਾ ਹੈ ਨਾ ਵਾਸਤਵਿਕ ਦੇ ਵਿੱਚ, ਉਹ ਹੀ ਗਿਆਨਵਾਨ ਹੈ। ਇਹ ਤਾਂ ਸਭ ਬੁੱਧੀ ਦਾ ਖੇਲ ਹੈ। ਬੁੱਧੀ ਨੂੰ ਛੱਡਣਾ ਹੈ। ਬੁੱਧੀ ਸੰਸਾਰ ਦੇ ਉਪਯੋਗ ਵਾਸਤੇ ਬਣੀ, ਸੰਸਾਰ 'ਚ ਕੰਮ ਆਉਂਦੀ, ਸੰਸਾਰ ਦੇ ਤਲ ਤੇ ਤੈਨੂੰ ਛੱਡਣਾ ਹੈ।